अच्छा अयाली मैं हाँ ਯਹੂਦੀਆਂ ਦਾ ਵਿਰੋਧ ਤੇ ਮੈਂ ਤੁਹਾਨੂੰ ਸੱਚ-ਸੱਚ ਕਹਿਣਾ ਕਿ ਜਿਹੜਾ ਭੇਡਾਂ ਦੇ ਵਾੜੇ ਵਿੱਚੋਂ ਬੂਹੇ ਥਾਣੀ ਨਹੀਂ ਵੜਦਾ ਕਿਸੇ ਹੋਰ ਬੰਨਿਓ ਚੜਦਾ ਉਹ ਚੋਰ ਤੇ ਡਾਕੂ ਹੈ ਪਰ ਜਿਹੜਾ ਬੂਹੇ ਥਾਣੀ ਵੜਦਾ ਉਹ ਭੇਡਾਂ ਦਾ ਅਯਾਲੀ ਹੈ। मैं जो कुछ मेरे लिए लैके खड़ा मैं तुहाडे नाल जिक्र करदी हाँ। अज दे दिन दे विच मैनूं बहुत सारियां जिहड़ियां ओह मतलब कॉल्स आईयां ने जिन्हां दे विच असीं शुक्र कीता खुदा दा ते आपां सारे जिहड़े भैण भरावां दीयां जिहड़ियां दुआवां भी चैप्टर 10 अच्छा अयाली मैं हाँ ਯਹੂਦੀਆਂ ਦਾ ਵਿਰੋਧ ਤੇ ਮੈਂ ਤੁਹਾਨੂੰ ਸੱਚ-ਸੱਚ ਕਹਿਣਾ ਕਿ ਜਿਹੜਾ ਭੇਡਾਂ ਦੇ ਵਾੜੇ ਵਿੱਚੋਂ ਬੂਹੇ ਥਾਣੀ ਨਹੀਂ ਵੜਦਾ ਕਿਸੇ ਹੋਰ ਬੰਨਿਓ ਚੜਦਾ ਉਹ ਚੋਰ ਤੇ ਡਾਕੂ ਹੈ ਪਰ ਜਿਹੜਾ ਬੂਹੇ ਥਾਣੀ ਵੜਦਾ ਉਹ ਭੇਡਾਂ ਦਾ ਅਯਾਲੀ ਹੈ। ਉਸ ਦੇ ਲਈ ਦਰਬਾਰ ਨੂੰ ਖੋਲ ਦਿੰਦਾ ਹੈ ਤੇ ਭੇਡਾਂ ਉਹਦਾ ਬੋਲ ਸੁਣਦੀਆਂ ਹਨ ਅਤੇ ਉਹ ਭੇਡਾਂ ਨੂੰ ਨਾਂ ਲੈ ਕੇ ਪਿਲਾਉਂਦਾ ਹੈ ਤੇ ਉਹਨਾਂ ਨੂੰ ਬਾਹਰ ਲੈ ਜਾਂਦਾ। ਜਦੋਂ ਉਹ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਚੁੱਕਦਾ ਹੈ ਤਾਂ ਉਹਨਾਂ ਦੇ ਅੱਗੇ ਅੱਗੇ ਉਹ ਤੁਰ ਪੈਂਦਾ ਹੈ ਤੇ ਭੇਡਾਂ ਉਹਦੇ ਮਗਰ ਮਗਰ ਹੋ ਤੁਰਦੀਆਂ ਹਨ ਕਿਉਂ ਜੋ ਉਹ ਉਹਦੀ ਆਵਾਜ਼ ਪਛਾਣਦੀਆਂ ਹਨ। ਉਹ ਪਰਾਏ ਦੇ ਮਗਰ ਨਹੀਂ ਜਾਣਦੀਆਂ, ਉਸ ਤੋਂ ਨੱਸ ਜਾਣਗੀਆਂ ਕਿਉਂਕਿ ਪਰਾਇਆਂ ਦੀ ਆਵਾਜ਼ ਨੂੰ ਨਹੀਂ ਪਛਾਣਦੀਆਂ। ਯਿਸੂ ਨੇ ਇਹ ਦ੍ਰਿਸ਼ਟਾਂਤ ਉਹਨਾਂ ਨੂੰ ਆਖਿਆ ਤੇ ਉਹਨਾਂ ਸਮਝੇ ਵੀ ਇਹ ਕੀ ਗੱਲਾਂ ਹਨ ਜਿਹੜੀਆਂ ਉਹ ਸਾਨੂੰ ਸਿਖਾਲਦਾ ਹੈ। ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ ਮੈਂ ਸੱਚ-ਸੱਚ ਆਖਦਾ ਹਾਂ ਕਿ ਜੇ ਭੇਡਾਂ ਦਾ ਬੂਹਾ ਮੈਂ ਹਾਂ ਤਾਂ ਫਿਰ ਜਿੰਨੇ ਮੇਰੇ ਤੋਂ ਅੱਗੇ ਆਏ ਹਨ ਉਹ ਚੋਰ ਅਤੇ ਡਾਕੂ ਹਨ ਪਰ ਭੇਡਾਂ ਨੇ ਉਹਨਾਂ ਦੀ ਨਹੀਂ ਸੁਣੀ। ਉਹ ਬੂਹਾ ਮੈਂ ਹੀ ਹਾਂ, ਮੇਰੇ ਥਾਣੀ ਜੋ ਵੜੇ ਤੋਂ ਬਚਾਇਆ ਜਾਵੇਗਾ, ਅੰਦਰ ਬਾਹਰ ਆਇਆ ਜਾਇਆ ਕਰੇਗਾ, ਚਾਰਾ ਪਾਵੇਗਾ, ਚੋਰ ਨਹੀਂ ਆਉਂਦਾ ਇਸ ਲਈ ਵੀ ਉਹ ਚੁਰਾਵੇ ਤੇ ਵੱਡੇ ਤੇ ਨਾਸ਼ ਕਰੇ ਬਲਕਿ ਮੈਂ ਇਸ ਲਈ ਆਇਆ ਹਾਂ ਕਿ ਵੀ ਮੈਂ ਤੁਹਾਨੂੰ ਸਦਾ ਦੀ ਜਿਉਣ ਦੇਵਾਂ। ਪਰ ਅੱਛਾ ਅਯਾਲੀ ਮੈਂ ਹਾਂ, ਅੱਛਾ ਅਯਾਲੀ ਭੇਡਾਂ ਲਈ ਆਪਣੀ ਜਾਨ ਵੀ ਦਿੰਦਾ ਹੈ। ਜੋ ਕਾਮਾ ਹੈ ਤੇ ਅਜੇਲਾ ਅਯਾਲੀ ਨਹੀਂ, ਉਹ ਜਿਹਦੀਆਂ ਭੇਡਾਂ ਆਪਣੀਆਂ ਨਹੀਂ ਹਨ ਉਹ ਬਘਿਆੜ ਨੂੰ ਆਉਂਦਾ ਵੇਖ ਕੇ ਭੇਡਾਂ ਨੂੰ ਛੱਡ ਕੇ ਉਹ ਭੱਜ ਕੇ ਦੌੜ ਜਾਂਦਾ ਪਰ ਬਘਿਆੜ ਉਹਨਾਂ ਨੂੰ ਫੜ ਲੈਂਦਾ ਤੇ ਖੰਡਾ ਪਿੰਡਾ ਦਿੰਦਾ। ਇਸ ਲਈ ਉਹ ਭੱਜਦਾ ਹੈ ਕਿ ਉਹ ਕਾਮਾ ਹੈ ਤੇ ਭੇਡਾਂ ਦੀ ਚਿੰਤਾ ਨਹੀਂ ਕਰਦਾ। ਅੱਛਾ ਅਯਾਲੀ ਮੈਂ ਆਪਣੀਆਂ ਭੇਡਾਂ ਨੂੰ ਸਿਆਣਦਾ ਹਾਂ ਤੇ ਮੇਰੀਆਂ ਭੇਡਾਂ ਮੇਰੀ ਆਵਾਜ਼ ਪਛਾਣਦੀਆਂ ਹਨ ਜਿਸ ਪ੍ਰਕਾਰ ਪਿਤਾ ਮੈਨੂੰ ਪਛਾਣਦਾ ਹੈ ਅਤੇ ਮੈਂ ਪਿਤਾ ਨੂੰ ਸਿਆਣਦਾ ਹਾਂ। ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਦਿੰਦਾ ਹਾਂ ਤੇ ਮੇਰੀਆਂ ਭੇਡਾਂ ਵੀ ਹਨ ਜਿਹੜੀਆਂ ਉਹ ਇਸ ਵਾੜੇ ਦੀਆਂ ਕੁਛ ਨਹੀਂ ਹਨ। ਮੈਨੂੰ ਚਾਹੀਦਾ ਕਿ ਮੈਂ ਉਹਨਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਆਵਾਜ਼ ਸੁਣਨਗੀਆਂ। ਇੱਕੋ ਇੱਜੜ ਵਿੱਚ ਇੱਕੋ ਅਯਾਲੀ ਹੋਵੇਗਾ। ਪਿਤਾ ਮੈਨੂੰ ਇਸ ਲਈ ਪਿਆਰ ਕਰਦਾ ਹੈ ਜੋ ਮੈਂ ਆਪਣੀ ਜਾਨ ਦਿੰਦਾ ਹਾਂ ਤਾਂ ਜੋ ਫਿਰ ਮੈਂ ਉਹਨੂੰ ਲਵਾਂ। ਕੋਈ ਮੇਰੀ ਜਾਨ ਮੇਰੇ ਤੋਂ ਖੋਂਦਾ ਨਹੀਂ ਗਾ, ਮੈਂ ਆਪੇ ਉਹਨੂੰ ਦਿੰਦਾ ਹਾਂ। ਮੇਰਾ ਅਖਤਿਆਰ ਹੈ ਕਿ ਮੈਂ ਉਹਨੂੰ ਦੇ ਦੇਵਾਂ, ਇਹ ਮੇਰਾ ਅਖਤਿਆਰ ਹੈ ਕਿ ਮੈਂ ਉਹਨੂੰ ਫਿਰ ਲਵਾਂ। ਇਹ ਹੁਕਮ ਹੈ ਜੋ ਮੈਂ ਆਪਣੇ ਪਿਤਾ ਕੋਲੋਂ ਪਾਇਆ। ਇਹਨਾਂ ਵਚਨਾਂ ਦੇ ਕਾਰਨ ਯਹੂਦੀਆਂ ਵਿੱਚ ਫੇਰ ਫੁੱਟ ਪੈ ਗਈ। ਬਹੁਤੇ ਬੋਲੇ ਇਹਨੂੰ ਭੂਤ ਚੁੰਬੜਿਆ ਹੋਇਆ ਤੇ ਇਹ ਕਮਲਾ ਹੋ ਗਿਆ, ਤੁਸੀਂ ਕਾਹਤੋਂ ਇਹਦੀ ਸੁਣਦੇ ਹੋ? ਪਰ ਹੋਰਾਂ ਨੇ ਕਿਹਾ ਇਹ ਗੱਲਾਂ ਭੂਤ ਦੇ ਚੁੰਬੜੇ ਹੋਏ ਦੀ ਗਰਸੇ ਦੀਆਂ ਨਹੀਂ ਆ। ਭੂਤ ਭਲਾ ਅੰਨੇ ਦੀਆਂ ਅੱਖਾਂ ਖੋਲ ਸਕਦਾ? ਯਰੂਸ਼ਲਮ ਵਿੱਚ ਪ੍ਰਤਿਸ਼ਠਾ ਦਾ ਤਿਉਹਾਰ ਆਇਆ ਤੇ ਉਹ ਸਿਆਲ ਦੀ ਰੁੱਤ ਹੈਗੀ ਸੀ ਤੇ ਯਿਸੂ ਹੈਕਲ ਦੇ ਸੁਲੇਮਾਨ ਦੇ ਦਲਾਨ ਵਿੱਚ ਫਿਰਦਾ ਸੀ ਤੇ ਇਸ ਲਈ ਯਹੂਦੀਆਂ ਨੇ ਉਹਦੇ ਦੁਆਲੇ ਇਕੱਠੇ ਹੋ ਕੇ ਉਹਨੂੰ ਕਿਹਾ ਤੂੰ ਕਦੋਂ ਕੁ ਤਾਈਂ ਸਾਨੂੰ ਦੁਬਿਧਾ ਵਿੱਚ ਰੱਖੂਗਾ? ਜੇ ਤੂੰ ਮਸੀਹ ਆ ਤਾਂ ਸਾਨੂੰ ਖੋਲ ਕੇ ਦੱਸ ਦੇ। ਯਿਸੂ ਨੂੰ ਉੱਤਰ ਦਿੱਤਾ ਮੈਂ ਤਾਂ ਤੁਹਾਨੂੰ ਦੱਸਿਆ ਪਰ ਤੁਸੀਂ ਸੁਣਦੇ ਹੀ ਨਹੀਂ, ਪ੍ਰਤੀਤ ਨਹੀਂ ਕਰਦੇ। ਜਿਹੜੇ ਕੰਮ ਮੈਂ ਪਿਤਾ ਦਾ ਨਾਮ ਲੈ ਕੇ ਕਰਦਾ ਹਾਂ ਤੁਸੀਂ ਮੇਰੇ ਉੱਤੇ ਸਾਖੀ ਨਹੀਂ ਪਰ ਉਹ ਆਪੇ ਮੇਰੇ ਕੰਮ ਮੇਰੇ ਉੱਤੇ ਸਾਖੀ ਦਿੰਦੇ ਹਨ। ਤੁਸੀਂ ਪ੍ਰਤੀਤ ਨਹੀਂ ਕਰਦੇ ਤੇ ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ। ਮੈਂ ਉਹਨਾਂ ਨੂੰ ਸਿਆਣਦਾ ਹਾਂ ਤੇ ਉਹ ਮੇਰੇ ਮਗਰ ਲੱਗੀਆਂ ਤੁਰੀਆਂ ਆਉਂਦੀਆਂ ਹਨ। ਮੈਂ ਉਹਨਾਂ ਨੂੰ ਸਦੀਪਕ ਜਿਉਣ ਦਿੰਦਾ ਹਾਂ ਤੇ ਤੂੰ ਉਹਨਾਂ ਦਾ ਸਦੀਪਕ ਕਾਲ ਤੱਕ ਕਦੇ ਨਾਸ ਨਹੀਂ ਹੋਊਗਾ, ਨਾ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋ ਸਕਦਾ। ਮੇਰਾ ਪਿਤਾ ਜੀ ਨੇ ਮੈਨੂੰ ਦਿੱਤੀਆਂ ਹਨ ਉਹਨਾਂ ਦਾ ਸਭਨਾਂ ਦਾ ਵੱਡਾ ਹੈ ਤੇ ਮੇਰੇ ਪਿਤਾ ਦੇ ਹੱਥੋਂ ਵੀ ਉਹਨਾਂ ਨੂੰ ਕੋਈ ਨਹੀਂ ਖੋ ਸਕਦਾ। ਔਰ ਪਿਤਾ ਤੇ ਮੈਂ ਇੱਕੋ ਹਾਂ। ਯਹੂਦੀਆਂ ਨੂੰ ਫਿਰ ਪੱਥਰ ਚੁੱਕ ਕੇ ਉਹਨੂੰ ਪੱਥਰਾ ਕਰਨ ਲਈ ਦੌੜੇ। ਯਿਸੂ ਨੇ ਅੱਗੋਂ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਪਿਤਾ ਦੇ ਵੱਲੋਂ ਅਨੇਕ ਚੰਗੇ ਕੰਮ ਵਿਖਾਏ, ਉਹਨਾਂ ਵਿੱਚੋਂ ਜਿਹੜੇ ਕੰਮ ਦੇ ਬਦਲੇ ਤੁਸੀਂ ਮੈਨੂੰ ਪੱਥਰਾ ਕਿਹੜਾ ਹੈ ਜਿਹਦੇ ਕੰਮ ਦੇ ਪਿੱਛੇ ਤੁਸੀਂ ਮੈਨੂੰ ਪੱਥਰਾ ਕਰਦੇ ਹੋ? ਯਹੂਦੀਆਂ ਨੂੰ ਉੱਤਰ ਦਿੱਤਾ ਕਿ ਤੈਨੂੰ ਚੰਗੇ ਕੰਮ ਦੇ ਪਿੱਛੇ ਪੱਥਰਾ ਨਹੀਂ ਕਰਦੇ ਪਰ ਕੁਫਰ ਪਿੱਛੇ ਜਿਹੜਾ ਤੂੰ ਮਨੁੱਖ ਹੋ ਕੇ ਆਪਣੇ ਆਪ ਨੂੰ ਪਰਮੇਸ਼ਰ ਬਣਾਉਣਾ ਹੈ। ਯਿਸੂ ਨੇ ਉੱਤਰ ਦਿੱਤਾ ਮੈਂ ਤੁਹਾਡੀ ਸ਼ਰ੍ਹਾ ਵਿੱਚ
ਕਿ ਇਹ ਨਹੀਂ ਲਿਖਿਆ ਹੋਇਆ। ਮੈਂ ਆਖਿਆ ਕਿ ਤੁਸੀਂ ਦਿਓਤੇ ਹੋ, ਅਤੇ ਜੇਕਰ ਤੁਸੀਂ ਉਹਨਾਂ ਨੂੰ ਦਿਓਤੇ ਆਖਿਆ ਤੇ ਜਿਹਦੇ ਕੋਲ ਪਰਮੇਸ਼ਵਰ ਦੀ ਬਾਣੀ ਆਈ ਤੇ ਉਹਦੀ ਲਿਖਤ ਖੰਡਨ ਨਹੀਂ ਹੋ ਸਕਦੀ, ਤਾਂ ਜਿਹਨੂੰ ਪਿਤਾ ਨੇ ਪਰਮੇਸ਼ਵਰ ਕਰਕੇ ਜਗਤ ਵਿੱਚ ਘੱਲਿਆ, ਤੁਸੀਂ ਉਹਨੂੰ ਆਖ ਦਿਓ ਵੀ ਤੂੰ ਕੁਫਰ ਬਕਦਾ। ਇਸ ਲਈ ਮੈਂ ਕਿਹਾ ਕਿ ਮੈਂ ਪਰਮੇਸ਼ਵਰ ਦਾ ਪੁੱਤਰ ਹਾਂ। ਜੇ ਮੈਂ ਆਪਣੇ ਪਿਤਾ ਵਰਗੇ ਕੰਮ ਨਹੀਂ ਕਰਦਾ ਤਾਂ ਮੇਰੀ ਪ੍ਰਤੀਤ ਨਾ ਕਰੋ, ਪਰ ਜੇ ਮੈਂ ਕਰਦਾ ਤਾਂ ਭਾਵੇਂ ਮੇਰੀ ਪ੍ਰਤੀਤ ਨਾ ਕਰੋ, ਤਦ ਵੀ ਉਹਨਾਂ ਕੰਮਾਂ ਦੀ ਪ੍ਰਤੀਤਾ ਕਰੋ ਜਿਹੜੀ ਤੁਸੀਂ ਜਾਣਦੇ ਹੋ, ਦੇਖਦੇ ਹੋ। ਸਮਝੋ ਕਿ ਪਿਤਾ ਮੇਰੇ ਵਿੱਚ ਤੇ ਮੈਂ ਪਿਤਾ ਦੇ ਵਿੱਚ ਹਾਂ, ਤੇ ਤੁਸੀਂ ਫੇਰ ਵੀ ਮੇਰੇ ਫੜਨ ਦੇ ਪਿੱਛੇ ਲੱਗੇ ਹੋਏ ਹੋ। ਇਹ ਕਹਿ ਕੇ ਉਹਨਾਂ ਦੇ ਉੱਥੋਂ ਨਿਕਲ ਗਿਆ ਤੇ ਯਰਦਨ ਦੇ ਪਾਰ ਉਸ ਥਾਂ ਨੂੰ ਚਲੇ ਗਿਆ ਜਿੱਥੇ ਪਹਿਲਾਂ ਯਹੂਨਾ ਬਪਤਿਸਮਾ ਦਿੰਦਾ ਸੀ, ਤੇ ਉੱਥੇ ਹੀ ਟਿਕਿਆ ਰਿਹਾ। ਬਥੇਰੇ ਉਸ ਕੋਲ ਆਏ ਤੇ ਬੋਲੇ, ਯਹੂਨਾ ਨੇ ਤਾਂ ਕੋਈ ਭੇਤ ਨਹੀਂ ਵਿਖਾਇਆ, ਪਰ ਜੋ ਕੁਝ ਯਹੂਨਾ ਨੇ ਇਹਦੇ ਹੱਕ ਵਿੱਚ ਆਖਿਆ ਸੀ ਉਹ ਸੱਚ ਸੀ। ਤੇ ਉਸ ਉੱਤੇ ਬਹੁਤਿਆਂ ਨੇ ਆਪਣੀ ਨਿਸ਼ਚਾ ਕੀਤੀ। ਪ੍ਰੇਜ਼ ਦ ਲਾਰਡ। ਖੁਦਾਵੰਦ ਯਿਸੂ ਮਸੀਹ ਦਾ ਲੱਖ ਲੱਖ ਸ਼ੁਕਰ ਦੀ ਪਾਕ ਪਵਿੱਤਰ ਸੂਰਜ ਜੀ, ਮੈਂ ਤੁਹਾਡੇ ਰੂਬਰੂ ਹੋ ਗਿਆ ਲੈ ਕੇ ਅੱਜ ਦੀ ਵਿਚਾਰਧਾਰਾ, ਜਿਹਦੇ ਵਿੱਚ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਅੱਜ ਦਾ ਜਿਹੜਾ ਦਿਨ ਆ ਉਹ ਤੁਹਾਡੇ ਸਾਰਿਆਂ ਲਈ ਕੀ ਖੁਸ਼ੀਆਂ ਲੈ ਕੇ ਖੜਾ ਆ। ਮੈਂ ਜੋ ਕੁਛ ਮੇਰੇ ਲਈ ਲੈ ਕੇ ਖੜਾ ਉਹ ਮੈਂ ਤੁਹਾਡੇ ਨਾਲ ਜ਼ਿਕਰ ਕਰਦੀ ਹਾਂ। ਅੱਜ ਦੇ ਦਿਨ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਜਿਹੜੀਆਂ ਉਹ ਮਤਲਬ ਕੋਲਸ ਆਈਆਂ ਨੇ, ਜਿਨ੍ਹਾਂ ਦੇ ਵਿੱਚ ਅਸੀਂ ਸ਼ੁਕਰ ਕੀਤਾ ਖੁਦਾ ਦਾ, ਅਤੇ ਆਪਾਂ ਸਾਰੇ ਜਿਹੜੇ ਭੈਣ ਭਰਾਵਾਂ ਦੀਆਂ ਜਿਹੜੀਆਂ ਦੁਆਵਾਂ ਵੀ ਤੁਹਾਡੇ ਅੱਗੇ ਰੱਖ ਦਿੱਤੀਆਂ ਨੇ, ਤੁਸੀਂ ਵੀ ਕਰੋ। ਐਂਡ ਬਾਕੀ ਇਹ ਹੈਗਾ ਕਿ ਮੈਂ ਖੁਦਾ ਦੇ ਅੱਗੇ ਵੀ ਰੱਖੀਆਂ ਨੇ ਤੇ ਖੁਦਾ ਨੇ ਸੁਣ ਵੀ ਲਈਆਂ ਨੇ, ਤੇ ਮੈਨੂੰ ਬੜੀ ਜਲਦੀ ਉਹਨਾਂ ਦੇ ਫੋਨ ਆਉਣੇ ਸ਼ੁਰੂ ਵੀ ਹੋ ਗਏ। ਸੋ ਅੱਜ ਜਿਹੜੀ ਅਸੀਂ ਸਿਚੁਏਸ਼ਨ ਦੇਖਣੀ ਕਿ ਕੁਛ ਰਿਸ਼ਤੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਨਿਭਦਿਆਂ ਵੀ ਜਿਹੜੇ ਨਾ ਉਹ ਡਿਸਟਰਬੈਂਸ ਕ੍ਰੀਏਟ ਕਰ ਦਿੰਦੇ ਆ, ਐਂਡ ਉਹਨਾਂ ਦੀ ਵਜ੍ਹਾ ਅਸੀਂ ਅੱਜ ਜਾਣਨੀ ਆ। ਅਸੀਂ ਪ੍ਰੋਵਰਬ, ਜਿਹਨੂੰ ਆਪਾਂ ਕਹਾਵਤਾਂ ਦੀ ਕਿਤਾਬ ਕਹਿੰਦੇ ਹਾਂ, ਉਹਦੇ ਅਸੀਂ 30ਵੇਂ ਚੈਪਟਰ ਦੀ 17ਵੀਂ ਆਇਤ 'ਚ ਦੇਖਣੀ, ਜਿੱਥੇ ਕਿ ਮਾਂ ਬਾਪ ਦੀ ਇੱਜ਼ਤ ਕਰਨ ਲਈ ਸਾਨੂੰ ਕਿਹਾ ਗਿਆ। ਤੁਸੀਂ ਵੀ ਉਹ ਕੱਢ ਲਓ ਤੇ ਤੁਸੀਂ ਵੀ ਦੇਖੋ। ਮੈਂ ਫਿਰ ਉਸ ਤੋਂ ਪਿੱਛੋਂ ਬਾਅਦ ਵਿੱਚ ਤੁਹਾਡੇ ਨਾਲ ਚਲੇ ਜਾਂਦੀ ਹਾਂ ਐਕਸਟੋਸ, ਜਿਹੜਾ ਉਹਦੇ 8ਵੇਂ ਚੈਪਟਰ, ਜਿੱਥੇ ਕਿਹਾ ਹੈ ਕਿ ਮਾਂ ਬਾਪ ਦੀ ਮਤਲਬ ਲੋਕਾਂ ਨੂੰ ਮਤਲਬ ਜਿਹੜੀ ਮਿਲੀ ਹੈਗੀ ਆ ਕਿ ਮਾਂ ਬਾਪ ਦੀ ਇੱਜ਼ਤ ਕਰਨਾ, ਮਾਂ ਬਾਪ ਦੀ ਗੱਲ ਮੰਨਣਾ ਬਹੁਤ ਜ਼ਰੂਰੀ ਆ, ਹੈ ਨਾ। ਉਸ ਤੋਂ ਅੱਗੇ ਅਸੀਂ ਅਗਰ ਚਲੇ ਜਾਈਏ ਤੇ ਅਸੀਂ ਇਹ ਦੇਖਦੇ ਹੈਗੇ ਹਾਂ ਐਕਸਟੋਸ ਤੋਂ ਬਾਅਦ ਅਗਰ ਅਸੀਂ ਡੈਟਰੋਨੋਮੀ ਦੇ ਵਿੱਚ ਆ ਜਾਈਏ ਤਾਂ ਉਹਦੇ ਵਿੱਚ ਵੀ ਅਸੀਂ ਇਹ ਦੇਖਦੇ ਹਾਂ ਕਿ ਉਹਦੇ 11ਵੇਂ ਚੈਪਟਰ ਵਿੱਚ ਕਿ ਬੱਚਿਆਂ ਨੂੰ ਪ੍ਰਭੂ ਬਾਬਤ ਸਿਖਾਓ। ਅਸੀਂ ਖਰੂਜ ਦੇ 20ਵੇਂ ਚੈਪਟਰ ਦੇ ਵਿੱਚ ਪਹਿਲਾ ਹੁਕਮ ਵੀ ਦੇਖ ਲੈਂਦੇ ਹਾਂ, ਜਿਹਦੇ 'ਚ ਕਿਹਾ ਹੈ ਕਿ ਮਤਲਬ ਮਾਂ ਬਾਪ ਦੀ ਅਣਆਗਿਆਕਾਰੀ ਕਰਨ ਦੇ ਨਾਲ ਬੱਚਿਆਂ ਦੀ ਜਿਹੜੀ ਆ ਉਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਤੌਰ ਤਰੀਕੇ ਖਰਾਬ ਹੁੰਦੇ ਆ। ਅੱਛਾ, ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਇਸੇ ਕਰਕੇ ਮੈਂ ਪੜ੍ਹਿਆ ਨਹੀਂ, ਮੈਂ ਤੁਹਾਨੂੰ ਦੇ ਦਿੱਤੇ ਕਿ ਤੁਸੀਂ ਖੁਦ ਪੜ੍ਹ ਸਕੋ। ਤੁਸੀਂ ਖੁਦ ਮਤਲਬ ਕਹਾਵਤਾਂ ਦੀ ਪਹਿਲੇ 23ਵੇਂ ਚੈਪਟਰ ਦੇ ਵਿੱਚ ਤੁਸੀਂ ਜਾਣਾ, ਉਹਦੀ 17ਵੀਂ ਆਇਤ ਦੇਖਣੀ ਆ। ਫਿਰ ਮੈਂ ਤੁਹਾਨੂੰ ਜਿਹੜਾ ਦੱਸਦਾ ਡੈਟਰੋਨੋਮੀ 11ਵੇਂ ਚੈਪਟਰ 'ਚ ਵੀ ਜਾ ਕੇ ਤੁਸੀਂ ਪੜ੍ਹਨਾ ਆ, ਜਿਹਨੂੰ ਡੈਟਰੋਨੋਮੀ ਨੂੰ ਤੁਸੀਂ ਇੱਕ ਆਜ਼ਾਦ ਦੀ ਕਿਤਾਬ ਕਹਿੰਦੇ, ਮੇਰੇ ਖਿਆਲ ਅਸੀਂ ਉਹਨੂੰ ਕਹਿੰਦੇ ਹਾਂ ਵਿਵਸਥਾ ਸਾਰ ਪੋਥੀ, ਤੇ ਖਰੂਜ ਨੂੰ ਤਾਂ ਅਸੀਂ ਐਕਸਡੋਸੀ ਕਹਿੰਦੇ ਹਾਂ, ਕੂਚ ਕਹਿ ਦਿੰਦੇ, ਤੁਸੀਂ ਖਰੂਜ ਕਹਿੰਦੇ, ਉਹ 'ਚ ਵੀ ਤੁਸੀਂ ਦੇਖਣਾ। ਮੇਨ ਗੱਲ ਇਹ ਨਹੀਂ ਕਿ ਜਿਹੜਾ ਤੁਹਾਨੂੰ ਚੈਪਟਰ ਦੇ ਦੇਣਾ, ਚੈਪਟਰ ਮਤਲਬ ਸਕ੍ਰਿਪਚਰ ਤੁਹਾਨੂੰ ਕੋਈ ਹੋਰ ਵੀ ਦੇ ਸਕਦਾ। ਮੇਨ ਗੱਲ ਇਹ ਹੈਗੀ ਕਿ ਅਸੀਂ ਆਹ ਦੇਖਣਾ ਹੈ ਕਿ ਬੱਚਿਆਂ ਦੇ ਦਿਲਾਂ ਦੇ ਵਿੱਚ ਮਾਂ ਬਾਪ ਦੇ ਪ੍ਰਤੀ ਤੇ ਮਾਂ ਬਾਪ ਦੇ ਦਿਲ ਵਿੱਚ ਬੱਚਿਆਂ ਪ੍ਰਤੀ ਇੱਕ ਠੰਡ, ਇੱਕ ਮਤਲਬ ਕੋਲਡਨੈਸ ਜਿਹੜੀ ਨਾ, ਜਿਸ 'ਚ ਕਲਾਮ 'ਚ ਕਿਹਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਪਿਆਰ ਜਿਹੜਾ ਠੰਡਾ ਹੁੰਦਾ ਦੇਖੋਗੇ। ਉਹ ਕਿੱਥੋਂ ਆ ਰਿਹਾ ਤੇ ਕਿਉਂ ਆ ਰਿਹਾ, ਉਹਦੀ ਜਗ੍ਹਾ ਕੌਣ ਲੈ ਰਿਹਾ। ਅਸੀਂ ਦੇਖਦੇ ਕਿ ਜਦੋਂ ਅਸੀਂ ਬੱਚਿਆਂ ਦੀਆਂ ਜ਼ਰੂਰਤਾਂ ਜਿਹੜੀਆਂ ਕਿ ਉਹ ਕਲਾਮ ਨਾਲੋਂ ਜ਼ਿਆਦਾ ਮਤਲਬ ਉਹਨਾਂ ਨੂੰ ਐਂਟਰਟੇਨਮੈਂਟ ਵੱਲ ਅਸੀਂ ਦੌੜ ਜਾਂਦੇ ਕਿ ਅੱਜ ਇਹਨਾਂ ਨੂੰ ਥੋੜ੍ਹਾ ਜਿਹਾ ਪਾਰਕ 'ਚ ਦੌੜਾ ਲਿਆਈਏ, ਅੱਜ ਇਹਨਾਂ ਨੂੰ ਝੂਟੇ ਦਵਾ ਲਿਆਈਏ, ਅੱਜ ਇਹਨਾਂ ਨੂੰ ਬਾਹਰੋਂ ਮਤਲਬ ਕੁਛ ਜਿਹੜਾ ਕਿ ਜ਼ਰੂਰੀ ਆ। ਅਸੀਂ ਜਦੋਂ ਕਿਸੇ ਦੀ ਭੁੱਖ ਜਿਹੜੀ ਆ ਨਾ ਉਹਦੀ ਨਹੀਂ ਸਮਝ ਨਹੀਂ ਕਰਦੇ ਕਿ ਇੱਕ ਤਰ੍ਹਾਂ ਅਸੀਂ ਟੇਸਟ ਬਣਾਉਣਾ ਹੁੰਦਾ ਬੱਚੇ ਦਾ, ਹੈ ਨਾ। ਮੈਂ ਇੱਥੇ ਆਪਣੀਆਂ ਉਦਾਹਰਨਾਂ ਯੂਜ਼ ਕਰ ਲੈਂਦੀ ਹਾਂ ਕਿਉਂਕਿ ਉਹ ਈਜ਼ੀ ਹੁੰਦੀ ਆ ਆਪਣੀਆਂ ਉਦਾਹਰਨਾਂ ਯੂਜ਼ ਕਰਨੀਆਂ। ਮੈਨੂੰ ਛੋਟੇ ਹੁੰਦਿਆਂ ਨਾ ਮਤਲਬ ਮੇਰੇ ਟੌਂਸਿਸ ਹੋ ਗਏ ਸੀ ਗਲੇ ਵਿੱਚ, ਤੇ ਫਿਰ ਟਾਈਫਾਈਡ ਬੁਖਾਰ ਵੀ ਹੋਇਆ, ਕਾਫੀ ਚੀਜ਼ਾਂ, ਪੈਰਾਲਿਟਿਕ ਅਟੈਕ ਹੋਇਆ, ਜਿਹਦੀ ਵਜ੍ਹਾ ਨਾਲ ਮੈਨੂੰ ਨਾ ਮੇਰਾ ਖਾਣਾ ਪੀਣਾ ਬਹੁਤ ਹੀ ਜਿੱਦਾਂ ਨਾਪ ਕੇ ਤੋਲ ਕੇ
ਉਹਨੂੰ ਬਾਰ-ਬਾਰ ਦੇਖ ਕੇ ਮੈਨੂੰ ਦਿੱਤਾ ਜਾਂਦਾ ਸੀਗਾ। ਮਤਲਬ ਮੈਨੂੰ ਤੇਲ ਵਾਲੀਆਂ ਚੀਜ਼ਾਂ ਨਹੀਂ ਸੀ ਖਵਾਈਆਂ ਜਾਂਦੀਆਂ, ਬਿਲਕੁਲ ਵੀ ਖੱਟੀਆਂ ਚੀਜ਼ਾਂ ਨਹੀਂ ਸੀ ਬਿਲਕੁਲ ਖਵਾਈਆਂ ਜਾਂਦੀਆਂ, ਮੈਨੂੰ ਫਿਜ਼ੀ ਡਰਿੰਕ ਤਾਂ ਬਿਲਕੁਲ ਨਹੀਂ ਦਿੱਤੀਆਂ ਜਾਂਦੀਆਂ। ਮਤਲਬ ਮੈਨੂੰ ਨਾ ਬਹੁਤ ਉਬਲਿਆ ਹੋਇਆ ਖਾਣਾ, ਫਰੈਸ਼ ਫਰੂਟ, ਉਬਲੇ ਹੋਏ ਅੰਡਾ, ਇੱਦਾਂ ਦੀਆਂ ਚੀਜ਼ਾਂ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਸ ਦਿੱਤੀਆਂ ਜਾਂਦੀਆਂ ਸੀ, ਜਿਹਦੇ ਕਰਕੇ ਜਿਹੜਾ ਟੇਸਟ ਬਣਿਆ ਨਾ ਉਹ ਘਰੇਲੂ ਚੀਜ਼ਾਂ ਵਾਲਾ ਹੀ ਬਣਿਆ, ਹੈ ਨਾ, ਕਿ ਘਰ ਵਿੱਚ ਜਿਹੜੀਆਂ ਤੁਸੀਂ ਚੀਜ਼ਾਂ ਆਰਾਮ ਨਾਲ ਪਕਾਈਆਂ ਉਹਨਾਂ ਨਾਲ ਹੀ ਮੇਰਾ ਟੇਸਟ ਬਿਲਡਅਪ ਹੋਇਆ, ਹੈ ਨਾ। ਬਾਹਰਲੀਆਂ ਚੀਜ਼ਾਂ ਮੈਂ ਖਾ ਨਹੀਂ ਸਕਦੀ, ਕਿਉਂਕਿ ਮੈਂ ਥੋੜ੍ਹੀ ਦੇਰ ਮੈਂ ਨਹੀਂ ਖਾ ਸਕਦੀ, ਭਾਵੇਂ ਕਿਉਂ ਜਿਵੇਂ ਹੁਣ ਮੈਨੂੰ ਤਕਲੀਫ ਹੁੰਦੀ, ਕਿਉਂਕਿ ਮੇਰਾ ਚੈਸਟ ਉਹਨਾਂ ਨੂੰ ਡਾਈਜੈਸਟ ਨਹੀਂ ਕਰਦੀ, ਮੇਰੇ ਜਿਹੜੀ ਉਹ ਬਣਿਆ ਨਹੀਂ ਹੈ ਨਾ, ਡਾਈਜੈਸਟਿਵ ਸਿਸਟਮ ਉੱਦਾਂ ਦਾ ਨਹੀਂ ਹੈ। ਇਸੇ ਤਰ੍ਹਾਂ ਮੇਰਾ ਜਿਹੜਾ ਨਾ ਦੂਸਰਾ ਸਪਿਰਿਚੁਅਲ ਡਾਈਜੈਸਟਿਵ ਸਿਸਟਮ ਆ ਉਹ ਵੀ ਇੰਝ ਹੀ ਹੋ ਗਿਆ ਕਿ ਉਹਦੇ ਵਿੱਚ ਵੀ ਅਗਰ ਕੋਈ ਜ਼ਿਆਦਾ ਮਟੀਰੀਅਲਿਸਟਿਕ ਚੀਜ਼ਾਂ ਦੀ ਗੱਲ ਜਿੱਥੇ ਹੋ ਰਹੀ ਆ ਉੱਥੇ ਮੇਰਾ ਡਿਸਟਰਬ ਹੁੰਦਾ ਸਿਰ, ਤੇ ਮੇਰਾ ਸਿਰ ਦੁਖੂਗਾ, ਕੁਛ ਗਲਤ ਹੋਊਗਾ। ਜਿੱਥੇ ਜ਼ਿਆਦਾ ਖੁਦਾ ਦੇ ਕਲਾਮ ਦੀ ਗੱਲ ਆ ਉਹਦੇ ਵਿੱਚ ਉਹਨੂੰ ਪੜ੍ਹਨਾ, ਦੁਬਾਰਾ ਪੜ੍ਹਨਾ, ਉਦੋਂ ਤੱਕ ਪੜ੍ਹੀ ਜਾਣਾ ਜਦੋਂ ਤੱਕ ਉਹ ਤੁਹਾਡੇ ਨਾਲ ਡਾਇਰੈਕਟਲੀ ਹਮ ਕਲਾਮ ਨਾ ਹੋਣਾ ਸ਼ੁਰੂ ਹੋ ਜਾਵੇ। ਉਹਦੇ ਵਿੱਚ ਮਤਲਬ ਫਿਰ ਤੁਸੀਂ ਫਿਰ ਉਹਦੇ ਵਿੱਚ ਤੁਹਾਡਾ ਤੇ ਫਿਰ ਮੇਲ ਹੋ ਜਾਣਾ ਨਾ, ਉਹਦੇ ਵਿੱਚ ਮੈਨੂੰ ਮਜ਼ਾ ਆਉਂਦਾ, ਇੰਟਰਸਟ ਆਉਂਦਾ, ਮੈਨੂੰ ਖੁਸ਼ੀ ਮਿਲਦੀ, ਅਤੇ ਉਹ ਮੇਰਾ ਇੱਕ ਮਤਲਬ ਸਪਿਰਿਚੁਅਲ ਜਿਹੜਾ ਹੈ ਨਾ ਉਹ ਹਾਜ਼ਮਾ ਆ। ਹੁਣ ਤੁਸੀਂ ਆਪਣੇ ਬੱਚਿਆਂ ਦਾ ਸਪਿਰਿਚੁਅਲ, ਫਿਜ਼ੀਕਲ ਅਤੇ ਸਾਈਕੋਲੋਜੀਕਲ ਹਾਜ਼ਮਾ ਕਿਹੋ ਜਿਹਾ ਬਣਾ ਰਹੇ ਹੋ, ਇਹ ਤੁਸੀਂ ਦੇਖਣਾ। ਹੁਣ ਐਂਟਰਟੇਨਮੈਂਟ ਦੀ ਵੀ ਗੱਲ ਤੁਸੀਂ ਮਤਲਬ ਕਰੋ। ਹੁਣ ਮੈਂ ਕਿਸ ਚੀਜ਼ਾਂ ਨੂੰ ਐਂਟਰਟੇਨਮੈਂਟ ਦਾ ਦੇਖਦੀ ਹਾਂ। ਅਗਰ ਤੁਸੀਂ ਕਿਸੇ ਨੂੰ ਖੁਸ਼ ਕਰ ਦਿੱਤਾ, ਕਿਸੇ ਦਿਨ ਨੂੰ ਥੋੜ੍ਹੀ ਦੇਰ ਲਈ ਚੇਂਜ ਕਰ ਦਿੱਤਾ, ਉਹਨੂੰ ਹਸਾ ਦਿੱਤਾ ਰੋਂਦੇ ਨੂੰ, ਪਰ ਕਲਾਮ ਦੇ ਰਾਹੀਂ ਹਸਾਇਆ, ਤਾਂ ਕਿ ਉਹ ਦੁਬਾਰਾ ਵੀ ਉੱਥੋਂ ਹੀ ਉਹ ਵਾਲੀ ਚੀਜ਼ ਨੂੰ ਪੜ੍ਹ ਕੇ ਖੁਸ਼ ਹੋ ਸਕੇ, ਉਹਦੇ ਵਿੱਚ ਜੰਪ ਕਰ ਸਕੇ। ਕਲਾਮ ਕੀ ਕਹਿੰਦਾ? ਖੁਦਾਵੰਦ ਕਹਿੰਦਾ ਕਿ ਜਿਹਦੇ ਕੋਲ ਰੂਹ ਦਾ ਮਤਲਬ ਮੱਸਾ ਹੈਗਾ ਆ, ਜਿਹੜਾ ਰੂਹ ਨੂੰ ਪਾਕ ਰੂਹ ਦੇ ਨਾਲ ਜੁੜਨਾ ਜਾਣਦਾ ਆ, ਉਹ ਹਮੇਸ਼ਾ ਜਿਹੜਾ ਨਾ ਉਹ ਇੱਕ ਅਨੋਖੀ ਖੁਸ਼ੀ ਹਾਸਲ ਕਰਦਾ, ਉਹਦੇ 'ਚ ਇੱਕ ਅਨੋਖੀ ਖੁਸ਼ੀ ਆ। ਉਹ ਰੋਂਦਾ ਵੀ ਹੱਸ ਸਕਦਾ ਆ, ਉਹ ਕੁਛ ਵੀ ਮਤਲਬ ਉਹਦੇ 'ਚ ਕੋਈ ਤਕਲੀਫ ਜਿਹੜੀ ਆ ਨਾ ਉਹਨੂੰ ਉਹ ਤਕਲੀਫ ਨਜ਼ਰ ਨਹੀਂ ਆਉਂਦੀ, ਹਾਲਾਂਕਿ ਹੁੰਦੀ ਤਾਂ ਤਕਲੀਫ ਹੀ ਆ, ਪਰ ਉਹਦੇ ਵਿੱਚ ਵੀ ਉਹਦੇ ਕੋਲ ਇੱਕ ਤਾਕਤ ਹੈ ਜਿਹੜੀ ਅਗਰ ਤੁਸੀਂ ਇਨਵਾਈਟ ਕਰੋ ਖੁਦਾ ਨੂੰ ਹਰ ਹਾਲ ਦੇ ਵਿੱਚ, ਤਾਂ ਉਹ ਤੁਹਾਨੂੰ ਮਤਲਬ ਉਸ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਬਾਹਰ ਕੱਢ ਲੈਂਦਾ ਹੈ ਨਾ, ਤੁਹਾਡੇ ਨਾਲ ਆ ਕੇ ਤੁਹਾਡਾ ਸਾਥ ਦੇ ਦਿੰਦਾ ਹੈ ਨਾ। ਇਹਦੇ ਵਿੱਚ ਅਸੀਂ ਪੇਰੈਂਟਸ ਦੀ ਮਤਲਬ ਇਹ ਗੱਲ ਕਰੀ ਕਿ ਬੱਚਿਆਂ ਲਈ ਵੀ ਆ ਮੈਸੇਜ ਆ ਬਹੁਤ ਜ਼ਰੂਰੀ ਕਿ ਮਾਂ-ਬਾਪ ਦੇ ਤੋਹੀਨ ਨਾ ਕਰੋ, ਆਪਣੇ ਦਿਨ ਲੰਬੇ ਕਰਨੇ ਆ ਤਾਂ ਮਾਂ-ਬਾਪ ਦੀ ਬੇਇੱਜ਼ਤੀ ਨਾ ਕਰੋ। ਇੱਥੇ ਦੇਖੋ, ਜਿਹੜਾ ਵੀ ਮੈਂ ਪੜ੍ਹਿਆ ਉੱਥੇ ਕਿਤੇ ਆ ਨਹੀਂ ਕਿਹਾ ਕਿ ਜੇ ਤੁਹਾਡਾ ਮਾਂ-ਬਾਪ ਬਹੁਤ ਹੀ ਜ਼ਿਆਦਾ ਚੰਗਾ ਆ ਤਾਂ ਫਿਰ ਹੀ ਤੁਸੀਂ ਉਹਨਾਂ ਦੀ ਇੱਜ਼ਤ ਕਰਨੀ ਆ, ਜੇ ਤੁਹਾਡੇ ਮਾਂ-ਬਾਪ ਨੇ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਅੱਛੀਆਂ ਚੀਜ਼ਾਂ ਕੀਤੀਆਂ ਫਿਰ ਹੀ ਉਹਨਾਂ ਦੀ ਇੱਜ਼ਤ ਕਰਨੀ, ਅਦਰਵਾਈਜ਼ ਤੁਸੀਂ ਨਹੀਂ ਕਰਨੀ। ਦੇਖੋ, ਮਾਂ-ਬਾਪ ਨਾਲ ਰਹਿ ਪਾਉਣਾ ਜਾਂ ਮਾਂ-ਬਾਪ ਦੀ ਇੱਜ਼ਤ ਨਾ ਕਰ ਪਾਉਣਾ, ਇਹ ਦੋ ਅੱਡ-ਅੱਡ ਗੱਲਾਂ ਨੇ। ਕਈ ਵਾਰੀ ਹੈਗਾ ਕਿ ਤੁਹਾਨੂੰ ਕਲਾਮ ਪੂਰਾ ਕਰਨ ਲਈ ਜਿੱਥੇ ਕਿਹਾ ਹੈ ਕਿ ਪਤੀ ਪਤਨੀ ਨਾਲ ਜੁੜਿਆ ਰਹੇਗਾ ਤੇ ਉਹਦੇ ਆਪਣੇ ਮਾਪਿਆਂ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜਿਆ ਰਹੇਗਾ, ਉਹ ਵੀ ਇੱਕ ਹੁਕਮਨਾਮਾ ਜਿਹਨੂੰ ਤੁਸੀਂ ਮੰਨਣਾ। ਪਰ ਇੱਥੇ ਆ ਨਹੀਂ ਕਿ ਤੁਸੀਂ ਮਾਂ-ਬਾਪ ਦੀ ਇੱਜ਼ਤ ਨਹੀਂ ਕਰਨੀ, ਤੁਸੀਂ ਮਾਂ-ਬਾਪ ਲਈ ਤੁਹਾਡੀ ਜਿਹੜੀ ਇੱਜ਼ਤ ਹੈ, ਰਿਸਪੈਕਟ ਹੈ, ਜਿਹੜੀ ਦੁਆ ਆ, ਉਹ ਤਾਂ ਉਦੋਂ ਵੀ ਜ਼ਿਆਦਾ ਵੱਧ ਜਾਂਦੀ, ਕਿਉਂਕਿ ਜਦੋਂ ਤੁਸੀਂ ਇੱਕਦਮ ਉਹਦੇ ਨਾਲ ਰਹਿੰਦੇ ਤੇ ਤੁਸੀਂ ਉਹਨਾਂ ਦੀ ਹਰ ਸਿਚੁਏਸ਼ਨ ਦਾ ਖਿਆਲ ਕਰ ਸਕਦੇ। ਪਰ ਜੇ ਤੁਸੀਂ ਉਹਨਾਂ ਤੋਂ ਦੂਰ ਚਲੇ ਗਏ ਫਿਰ ਤੁਹਾਡਾ ਉਹਨਾਂ ਲਈ ਦੁਆ ਕਰਨਾ, ਦੁਆਗੂ ਹੋਣਾ ਹੋਰ ਜ਼ਿਆਦਾ ਜਿਹੜਾ ਉਹ ਪਾਵਰਫੁਲ ਹੋ ਜਾਂਦਾ, ਜ਼ਿਆਦਾ ਬਣਦਾ ਤੁਹਾਡੇ ਲਈ, ਹੈ ਨਾ। ਕਿਉਂਕਿ ਅਗਰ ਮੈਂ ਹੁਣ ਦੇਖੋ, ਮੈਂ ਇੱਕੋ ਵੇਲੇ ਮੈਂ ਆਪਣੇ ਜਾਂ ਕੰਮ ਕਾਰ 'ਤੇ ਹੋ ਸਕਦੀ ਹਾਂ, ਜਾਂ ਮੈਂ ਹਰ ਬੱਚਿਆਂ ਦੇ ਨਾਲ ਹੋ ਸਕਦੀ ਹਾਂ, ਤੇ ਜਾਂ ਫਿਰ ਹਰ ਰਿਸ਼ਤੇਦਾਰਾਂ ਨਾਲ ਹੋ ਸਕਦੀ ਹਾਂ, ਜਾਂ ਫਿਰ ਮਾਪਿਆਂ ਨਾਲ ਹੋ ਸਕਦੀ ਹਾਂ। ਤਾਂ ਨਹੀਂ ਹੋ ਸਕਦਾ ਨਾ, ਇਸ ਕਰਕੇ ਮੈਂ ਕੰਮ ਕਾਰ ਦੇ ਨਾਲ ਤਾਂ ਮੈਨੂੰ ਹੋਣਾ, ਪਰ ਦੁਆ ਰਾਹੀਂ ਮੈਂ ਹਰ ਵੇਲੇ ਉਹਨਾਂ ਨੂੰ ਮਤਲਬ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਖੁਦਾ ਨੂੰ ਇਨਵਾਈਟ ਕਰ ਸਕਦੀ ਹਾਂ, ਉਹਨਾਂ ਨੂੰ ਖੁਦਾ ਦੇ ਪਾਕ ਖੂਨ 'ਚ ਲੁਕੋ ਸਕਦੀ ਹਾਂ। ਮੈਂ ਖੁਦਾ ਦੇ ਅੱਗੇ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਉਹਨਾਂ ਨੂੰ ਰੱਖਦੀ ਹੋਈ ਖੁਦਾ ਦੀ ਬਖਸ਼ਿਸ਼, ਉਹ ਪਾਕ ਰੂਹ ਦਾ ਪਹਿਰਾ, ਉਹਨਾਂ ਦੇ ਫਰਿਸ਼ਤਿਆਂ ਦੀ ਵਾੜ ਉਹਨਾਂ ਦੀਆਂ ਜ਼ਿੰਦਗੀਆਂ 'ਤੇ ਲਾ ਸਕਦੀ ਹਾਂ, ਇਹ ਕਰ ਸਕਦੀ ਹਾਂ ਮੈਂ, ਹੈ ਨਾ। ਪਰ ਆਈ ਡੋਂਟ ਹੈਵ ਟੂ ਡੂ, ਜਿਹੜਾ ਮੈਨੂੰ ਨਹੀਂ ਕਰਨ ਦੀ ਲੋੜ ਉਹ ਹੈਗਾ ਕਿ ਮੈਨੂੰ ਹਰ ਵੇਲੇ ਉਹਨਾਂ ਦੀਆਂ ਗੱਲਾਂ 'ਚ ਇੰਟਰਫੇਅਰ ਕਰਨ ਦੀ ਲੋੜ ਨਹੀਂ। ਮੈਨੂੰ ਮੇਰੇ ਭਰਾ ਨੂੰ ਕਹਿਣ ਦੀ ਲੋੜ ਨਹੀਂ, ਮੇਰੀ ਭਾਬੀ ਨੂੰ ਕਿਉਂ ਨਹੀਂ ਖਰਚਿਆਂ ਫਨੀ ਡਬਲ ਖਰਚੀ ਤੋਂ ਰੋਕਦਾ। ਮੈਨੂੰ ਮੇਰੀ ਮਾਂ ਨੂੰ ਕਹਿਣ ਦੀ ਲੋੜ ਨਹੀਂ, ਤੂੰ ਆਪਣੀ ਨੂੰਹ ਨੂੰ ਕਿਉਂ ਨਹੀਂ ਰੋਕਦੀ। ਇਸੇ ਤਰ੍ਹਾਂ ਮੈਨੂੰ ਮੇਰੇ ਪੁੱਤਾਂ ਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਆਪਣੀ ਵਹੁਟੀਆਂ ਨੂੰ ਫਲਾਨੀ ਚੀਜ਼ਾਂ ਕਿਉਂ ਕਰਨ ਦਿੰਦੇ। ਮੇਰੀ ਕੁੜੀ ਨੂੰ ਮੈਨੂੰ ਕਹਿਣ ਦੀ ਲੋੜ ਨਹੀਂ, ਤੂੰ ਮੇਰੇ ਜਵਾਈ ਨੂੰ ਆਹ ਕਿਉਂ ਕਰਨ ਦਿੰਦੀ, ਤੂੰ ਆਹ ਕਿਉਂ ਨਹੀਂ। ਇਹ ਨੋ ਗੋ ਏਰੀਆ, ਜਿੱਥੇ ਨਹੀਂ ਵੱਡਾ ਸਾਰਾ ਰੈੱਡ ਦੇ ਵਿੱਚ ਲੱਗੀ ਹੁੰਦੀ ਆ ਵੱਡੀ ਸਾਰੀ ਚਿੱਟੀ ਲਕੀਰ, ਨੋ ਗੋ ਏਰੀਆ ਆ। ਤਾਂ ਇਹ ਉਹਨਾਂ ਨੇ ਆਪੇ ਸਿੱਖਣਾ ਹੁੰਦਾ ਬੱਚਿਆਂ ਨੇ, ਤੇ ਇਸੇ ਤਰ੍ਹਾਂ ਬੱਚਿਆਂ ਨੇ ਵੀ ਸਿੱਖਣਾ ਹੁੰਦਾ ਕਿ ਪੇਰੈਂਟਸ ਨੂੰ ਵੀ ਉਹਨਾਂ ਨੇ ਇੱਕ ਟਾਈਮ ਦੇਣੀ, ਰਿਸਪੈਕਟ ਦੇਣੀ। ਪਰ ਆਹ ਸਾਰੀਆਂ ਚੀਜ਼ਾਂ ਲਈ ਪਾਕ ਰੂਹ ਦੀ ਮਦਦ ਮੰਗੀ ਜਾ ਸਕਦੀ, ਉਹ ਅਵੇਲੇਬਲ ਆ, ਹੈ ਨਾ। ਆਹ ਸਾਰੀ ਚੀਜ਼ ਜਿਹੜੀ ਅਵੇਲੇਬਲ ਆ, ਉਹ ਤੁਹਾਨੂੰ ਪਾਕ ਰੂਹ ਤੁਹਾਨੂੰ ਆਹ ਚੀਜ਼ਾਂ ਜਿਹੜੀਆਂ ਦੇ ਸਕਦੇ। ਤੁਸੀਂ ਥੋੜ੍ਹਾ ਜਿਹਾ ਦੂਰ ਆ, ਮਤਲਬ ਉਹ ਕੀ ਆ, ਇਨਵਾਈਟੇਸ਼ਨ ਦੇ ਉੱਤੇ ਹੈਗਾ ਹੈ ਨਾ। ਤੁਸੀਂ ਇਨਵਾਈਟ ਕਰੋ ਤੇ ਤੁਹਾਨੂੰ ਉਹ ਮੌਜੂਦ ਆ।
ਸੋ ਮੈਂ ਇਸ ਜਿਹੜਾ ਛੋਟਾ ਜਿਹਾ ਮੈਸੇਜ ਉਹਨੂੰ ਮੈਂ ਥੋੜੇ ਜਿਹੇ ਜਲਦੀ ਰੈਪ ਕਰਾਂ ਇੰਗਲਿਸ਼ ਦੇ ਵਿੱਚ ਤਾਂ ਕਿ ਅਗਰ ਕਿਸੇ ਨੇ ਇੰਗਲਿਸ਼ ਵੀ ਸੁਣਨਾ ਉਹਦੇ ਲਈ ਵੀ ਅਵੇਲੇਬਲ ਹੋਵੇ. I really am trying to emphasize today the parents should respect the children and children should respect the parents, and parents can invite Lord Holy Spirit in the children's lives, and if physically they can't be everywhere, whatever the children doing, they cannot control them, they can't dictate them, they cannot really tell them what to do, but they can ask and for the Spirit of God, for God to intervene in their lives and give them the support and help which they need, and vice versa. They don't need to look after, control their situations, but they can always live a life in such a role model, so that whenever children are in any difficulty, they see their parent and then they use their mechanism and their method in their lives. That's all they can do. And as it's been said in Deuteronomy, if you read Deuteronomy, this says that you have to respect your parents. If you read Exodus, it says that you have to respect your parents, and you need to teach children the words of God. And if you read Proverbs 17, it also talks about that how you have to bring up your children in such a way so that when they are even grown old, they are respecting you, and they also know how to lead their life in the way which they will benefit, and even their children's children will benefit from their upbringing, their discipline which you have put in their life, which you have concentrate, which you have portray, like you have show them the way so they can just work on it, and then their kids can keep on working on them. So that's what I really try to say, that respecting parents is not it's not optional, it's compulsory. And also giving there's a spiritual breakthrough in it, that your days will be prolonged. You will not be cursed, but you will be blessed. But in order for you to understand that, normally children say, I can't respect my mom because she did this and that, or I can't respect my dad because he did this and that. But you still can pray for your parents, and your parents then will be automatically changed. They will have the support from the God, and their eyes will be opened in order to see, and God will help them to give you the support which you need, which you yourself with your hard earned, with your wisdom, with your degrees cannot do. The Spirit of God can do. That's what I try to said. So today's word, I really hope respecting the parents. Yes, badla kya hua, dil ka badalna chahiye, ek do baatein nahi, bilkul badalna chahiye. Tandurusti ke liye kapde badalna chahiye, hak parasti ke liye dil ka badalna chahiye. Jo sune बाइबल से वो दिल से समझना चाहिए. दिल बदलने के लिए यीशु से मिलना चाहिए. भेस बदला क्या हुआ, दिल का बदलना चाहिए. हालेलुया, हालेलुया. सर्वशक्तिमान खुदावंद यीशु मसीह महान तू जो है, जो सदा सदा विराजमान. खुदावंद तेरी पाक पवित्र ज़रूर आज के दिन लिए तेरा शुक्र करते हैं, दिल ਦੀਆਂ ਗਹਿਰਾਈਆਂ ਤੋਂ ਤੇਰਾ ਧੰਨਵਾਦ ਕਰਦੇ ਹਾਂ ਖੁਦਾਵੰਦ ਉਸ ਸਾਮਰੀ ਔਰਤ ਦੀ ਤਰ੍ਹਾਂ ਖੁਦਾਵੰਦ ਜਿਹਨੇ ਤੇਰੇ ਕੋਲੋਂ ਜ਼ਿੰਦਗੀ ਦਾ ਪਾਣੀ ਮੰਗ ਕੇ ਖੁਦਾਵੰਦ ਆਪਣੀ ਤਾਂ ਆਪਣੇ ਘਰਾਣੇ ਨੂੰ ਬਚਾ ਲਿਆ. ਖੁਦਾਵੰਦ ਉਸ ਔਰਤ ਦੀ ਤਰ੍ਹਾਂ ਖੁਦਾਵੰਦ ਜਿਹਨੇ ਤੇਰੇ ਕੋਲ ਆਪਣੀਆਂ ਮੁਸ਼ਕਲਾਂ ਨੂੰ ਲਿਆ ਕੇ ਖੁਦਾਵੰਦ ਜਦੋਂ ਉਹ ਤਕਲੀਫਾਂ ਆਈਆਂ ਤਾਂ ਉਹਨੇ ਕਿਹਾ ਕਿ ਪਰ ਕੁੱਤੇ ਵੀ ਕਤੂਰੇ ਵੀ ਤਾਂ ਮਾਲਕਾਂ ਦੀ ਮੇਜ਼ ਦੇ ਉੱਤੋਂ ਭੋਰਾ ਝੋਰਾ ਡਿੱਗਿਆ ਖਾ ਕੇ ਕੂਕ ਸੌ ਜਾਂਦੇ ਨੇ. ਉਸ ਤਰ੍ਹਾਂ ਦੀ ਸਿੰਸੀਅਰਿਟੀ ਦੇ ਨਾਲ ਖੁਦਾਵੰਦ ਉਸ ਔਰਤ ਦੇ ਨਾਲ ਜਿਸ ਤਰ੍ਹਾਂ ਕਹਿੰਦੀ ਆ ਕਿ ਤੇਰੇ ਜਿਹੜੇ ਨੌਕਰ ਆ ਉਹ ਤਾਂ ਮਤਲਬ ਤੇਰੇ ਨੌਕਰ ਨੂੰ ਦੀ ਇਸ ਵੇਲੇ ਮੌਤ ਹੋ ਗਈ ਆ, ਤੇ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੇ ਪਾਇਦਾਰ ਲੋਕੀ ਜਿਹੜੇ ਮਾਲਕ ਆ ਉਹ ਗੁਲਾਮ ਬਣਾਉਣਾ ਚਾਹੁੰਦੇ ਨੇ, ਤੇ ਇਹਨਾਂ ਦੀ ਜ਼ਿੰਦਗੀ ਦਾ ਹੱਲ ਮੇਰੇ ਕੋਲ ਨਹੀਂ, ਐਂਡ ਤੂੰ ਆਪਣਾ
ਖਾਦਮ ਭੇਜ ਕੇ ਖੁਦਾਵੰਦ ਉਹਨਾਂ ਦਾ ਹੱਲ ਕੀਤਾ। ਖੁਦਾਵੰਦ ਮੈਂ ਤੇਰਾ ਧੰਨਵਾਦ ਕਰਦੀ ਹਾਂ, ਬਿਲਕੁਲ ਉਸੇ ਤਰ੍ਹਾਂ ਖੁਦਾਵੰਦ ਜਦੋਂ ਲਾਜ਼ਰਸ ਨੂੰ ਖੁਦਾਵੰਦ ਤੂੰ ਪੁਕਾਰਿਆ, ਉਹਦੀਆਂ ਭੈਣਾਂ ਨੇ ਉਹਨਾਂ ਨੇ ਖੁਦਾਵੰਦ ਮਰੀਅਮ ਤੇ ਮਾਰਥਾ ਨੇ ਤੇਰਾ ਧੰਨਵਾਦ ਕੀਤਾ। ਖੁਦਾਵੰਦ ਅੱਜ ਦੇ ਜਿਹੜੇ ਮਾਂ-ਬਾਪ ਨਹੀਂ ਸਮਝ ਪਾ ਰਹੇ ਜਾਂ ਅੱਜ ਕੱਲ੍ਹ ਦੇ ਬੱਚੇ ਨਹੀਂ ਸਮਝ ਪਾ ਰਹੇ, ਖੁਦਾਵੰਦ ਮੇਰੀ ਸਿੰਸੀਅਰਿਟੀ ਦੁਆ ਸੀ ਹਰ ਵੇਲੇ ਬੱਚਿਆਂ ਦੇ ਪੈਰਾਂ ਦੇ ਉੱਤੇ ਖੜੇ, ਉਹਨਾਂ ਦੇ ਸਿਰਾਂ ਤੇ ਖੜੇ ਨਹੀਂ ਰਹਿ ਸਕਦੇ, ਪਰ ਖੁਦਾਵੰਦ ਉਹਨਾਂ ਦੀਆਂ ਜ਼ਰੂਰਤਾਂ ਨੂੰ ਤੇਰੇ ਅੱਗੇ ਰੱਖਦੇ। ਖੁਦਾਵੰਦ ਤੂੰ ਕਿਹਾ ਬਚਦੇ ਤੇਰਾ ਕਰਾਣਾ ਬਚਾ ਜਾਊਗਾ, ਤੂੰ ਕੱਲੇ ਕੱਲੇ ਦਾ ਧਿਆਨ ਕਰ ਖੁਦਾਵੰਦ, ਉਹਨਾਂ ਨੂੰ ਆਪਣੇ ਪਾਕ ਵਚਨ ਦੀ ਖੁਦਾਵੰਦ ਭੁੱਖ ਲਾ, ਉਹਨਾਂ ਨੂੰ ਖੁਦਾਵੰਦ ਆਪਣੀ ਜ਼ਿੰਦਗੀ ਦਾ ਪਾਣੀ ਪਿਲਾ, ਉਹਨਾਂ ਦੇ ਉੱਤੇ ਆਪਣੀ ਬਖਸ਼ਿਸ਼ ਦੀ ਉਹਨਾਂ ਨੂੰ ਖੁਦਾਵੰਦ ਉਹਨਾਂ ਨੂੰ ਰੱਜ ਦੇ, ਆਪਣੀ ਬਖਸ਼ਿਸ਼ ਦਾ ਰੱਜ ਦੇ ਖੁਦਾਵੰਦ, ਉਹਨਾਂ ਨੂੰ ਤੇਰੇ ਨਾਲ ਰੱਜਣ, ਉਹ ਤੇਰੇ ਪਿਆਰ ਨਾਲ ਰੱਜਣ ਖੁਦਾਵੰਦ। ਜੇ ਤੂੰ 40 ਦਿਨਾਂ ਦਾ ਰੋਜ਼ਾ ਰੱਖ ਕੇ ਖੁਦਾਵੰਦ ਜਿਸ ਤਰ੍ਹਾਂ ਦੀ ਤੈਨੂੰ ਤਾਕਤ ਪਾਈ ਹਾਸਲ ਕੀਤੀ, ਉਸ ਤਰ੍ਹਾਂ ਉਹਨਾਂ ਨੂੰ ਵੀ ਬਚਾ ਹਰ ਤਰ੍ਹਾਂ ਦੀ ਤਕਲੀਫ ਤੋਂ, ਹਰ ਮੁਸ਼ਕਿਲ ਤੋਂ ਉਹਨਾਂ ਨੂੰ ਖੁਦਾਵੰਦ ਦੂਰ ਕਰ, ਹਰ ਮੁਸ਼ਕਿਲ ਤੋਂ ਉਹਨਾਂ ਨੂੰ ਖੁਦਾਵੰਦ ਉਹਨਾਂ ਨੂੰ ਉਹਦਾ ਹੱਲ ਦੇ। ਆਈ ਥੈਂਕ ਯੂ for listening to my prayer in the name of Lord Jesus Christ. Thank you for providing all what we need. Thank you for protecting our families out of the sea and in the different countries. Thank you for listening to our prayer in the name of Lord Jesus Christ. Amen, amen, amen. ਓ ਮੇਰੇ ਪਿਤਾ ਤੂੰ ਜਿਹੜਾ ਸਵਰਗ ਵਿੱਚ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ